ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੌੜੀ ਪੂਰਬੀ ਕਬੀਰ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਏਕ ਜੋਤ ਏਕਾ ਮਿਲੀ ਖਿੰਥਾ ਹੋਏ ਮੋਹਾਈ। ਜਿਤ ਕਟ ਨਾਮ ਨ ਊਪਜੈ ਫੂਟ ਮਰੈ ਜਨ ਸੋਏ। ਸਾਬਲ ਸੁੰਦਰ ਰਮਈਆ ਮੇਰਾ ਮਨ ਲਾਗਾ ਤੋਹਿ ਰਹਾਉ। ਸਾਧ ਮਿਲੈ ਸਿਧ ਪਾਈਐ ਕਿ ਇਹੋ ਜੋਗ ਕੇ ਭੋਗ। ਦੁਹੋਂ ਮਿਲ ਕਾਰਜ ਊਪਜੈ ਰਾਮ ਨਾਮ ਸੰਜੋਗ। ਲੋਗ ਜਾਣੈ ਇਹੋ ਗੀਤ ਹੈ ਇਹ ਤੋ ਬ੍ਰਹਮ ਵਿਚਾਰ। ਜਿਉ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਵਾਰ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਬਾਣੀ ਦਾ ਉਪਦੇਸ਼ ਸ਼ਰਵਣ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਬੜੇ ਹੀ ਉਪਦੇਸ਼ ਦੁਆਰਾ ਸਮਝਾ ਰਹੇ ਹਨ। ਏਕ ਜੋਤ ਏਕਾ ਮਿਲੀ ਖਿੰਥਾ ਹੋਏ ਮੋਹਾਏ। ਇਸ ਸ਼ਬਦ ਦੇ ਵਿੱਚ
ਭਗਤ ਕਬੀਰ ਜੀ ਸਮਝਾ ਰਹੇ ਹਨ। ਕੱਲ ਜੋ ਸ਼ਬਦ ਚੱਲ ਰਿਹਾ ਸੀ, ਗਾਜ ਨਾਭ ਗਾਜ 10 ਗਜ 21 ਪੁਰੀਆਂ ਏਕ ਤਨਾਈ। ਜੋ ਮਾਹੋ ਜਲਾਹੀ ਆਪਣੇ ਜਲਾਹੇ ਨੂੰ ਕਹਿੰਦੀ ਸੀ ਕਿ ਤਾਣੀ ਬੁਣ, ਤਾਣੀ ਦਾ ਭਾਵ ਆਇਆ ਸੀ, ਤਾਂ ਉਸ ਦੇ ਵਿੱਚ ਕਬੀਰ ਜੀ ਨੇ ਬਾਣੀ ਦੁਆਰਾ ਸਮਝਾਉਣਾ ਕੀਤਾ ਸੀ ਕਿ ਜਲਾਹਾ ਕੌਣ ਹੈ। ਫਿਰ ਉਸ ਪੰਡਤ ਨੇ ਪ੍ਰਸ਼ਨ ਕੀਤਾ, ਜਦੋਂ ਪੰਡਤ ਨੂੰ, ਵਿਦਵਾਨ ਨੂੰ ਸਮਝਾਉਣ ਲੱਗੇ ਕਿ ਜੋ ਏਕ ਇੱਕੋ ਹੀ ਜੋਤੀ ਸਰੂਪ ਆਨੰਦ ਸਰੂਪ ਪਰਮੇਸ਼ਰ ਹੈ, ਉਸ ਦੇ ਨਾਲ ਏਕਤਾ ਕਰਕੇ ਜੀਵਾਂ ਦੀ ਪਰਤਕ ਜੋਤ ਜੋ ਮਿਲ ਜਾਵੇਗੀ, ਖਿੰਥਾ ਜਾਂ ਨਹੀਂ ਮਿਲ ਜਾਏਗੀ, ਤਾਂ ਭਗਤ ਜੀ ਉਸ ਨੂੰ, ਪੰਡਤ ਨੂੰ ਉੱਤਰ ਦਿੰਦੇ ਹੋਏ ਸਮਝਾਉਂਦੇ ਹਨ। ਕੱਲ੍ਹ ਵਾਲੇ ਸ਼ਬਦ ਦੀ ਪ੍ਰਕਰਨ ਮੁਤਾਬਕ ਜਦੋਂ ਪੰਡਤ ਨੂੰ ਦੱਸਿਆ ਕਿ ਪਰਮਾਤਮਾ ਵੀ ਇੱਕ ਜਲਾਹਾ ਹੈ, ਇਸ ਨੇ ਵੀ ਇਸ ਸੰਸਾਰ ਦੀ ਤਾਣੀ ਬਾਣੀ ਬੁਣੀ ਹੋਈ ਹੈ। ਸੰਸਾਰ ਹੈ ਜਿਹੜਾ ਉਸ ਪਰਮੇਸ਼ਰ ਨੇ ਤਾਣਾ ਪੇਟਾ ਬਣਾ ਕੇ ਇਸ ਨੂੰ ਬੁਣਨਾ ਕੀਤਾ ਹੈ, ਇਸ ਨੂੰ ਰਚਨਾ ਕੀਤਾ ਹੈ। ਫਿਰ ਉਸ ਪੰਡਤ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ, ਜੋ ਏਕ ਜੋਤ ਏਕਾ ਮਿਲੀ, ਜੋ ਇੱਕੋ ਹੀ ਜੋਤੀ ਸਰੂਪ ਪਰਮੇਸ਼ਰ ਆਨੰਦ ਸਰੂਪ ਹੈ, ਉਸ ਦੇ ਨਾਲ ਏਕਤਾ ਕਰਕੇ ਜੀਵਾਂ ਦੀ ਪਰਤਕ ਜੋਤ ਜੋ ਅੰਤਸ ਕਰਨਾ ਵਿੱਚ ਹਿਰਦਿਆਂ ਵਿੱਚ ਭਿੰਨ ਭਿੰਨ ਵਰਤ ਰਹੀ ਹੈ, ਇਹ ਮਿਲ ਜਾਏਗੀ ਕਿ ਜਾਂ ਨਾ ਮਿਲ ਜਾਏਗੀ। ਤਾਂ ਉੱਤਰ ਵਿੱਚ ਭਗਤ ਜੀ ਕਹਿਣ ਲੱਗੇ ਕਿ ਹੇ ਪੰਡਤ, ਜਿਹੜੀ ਜੋਤ ਅਗਿਆਨ ਦੀ ਨਿਵਰਤੀ ਕਰਕੇ ਜੀਵ ਪੁਣੇ ਨੂੰ ਛੱਡ ਕੇ ਪਰਮੇਸ਼ਰ ਵਿੱਚ ਮਿਲ ਗਈ ਹੈ, ਉਹ ਦੁਬਾਰਾ ਵੱਖਰੀ ਮੁਹਾਏ ਮਤ ਹੋਵੇਗੀ, ਭਾਵ ਉਹ ਮੁੜ ਕੇ ਵੱਖਰੀ ਨਹੀਂ ਹੋਵੇਗੀ। ਜਿਹੜੀ ਪਰਮੇਸ਼ਰ ਦੇ ਨਾਲ ਇੱਕ ਵਾਰਾ ਮਿਲ ਜਾਂਦੀ ਹੈ, ਫਿਰ ਉਹ ਵੱਖਰੀ ਨਹੀਂ ਹੁੰਦੀ, ਉਸ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੀ ਹੈ। ਭਗਤ ਜੀ ਕਹਿਣ ਲੱਗੇ ਕਿ ਜਦ ਪਰਮੇਸ਼ਰ ਨਾਲ ਜੋਤ ਮਿਲ ਗਈ ਤਾਂ ਫਿਰ ਕੀ ਵਿਕਲਪ ਹੋ ਸਕਦਾ ਹੈ? ਤਾਂ ਭਗਤ ਜੀ ਕਹਿਣ ਲੱਗੇ ਮੁਹਾਏ ਨਹੀਂ ਹੁੰਦਾ, ਭਾਵ ਗਿਆਨ ਨਾਲ ਏਕਤਾ ਹੁੰਦੀ ਹੈ ਤੇ ਗਿਆਨ ਨਾਮ ਦੁਆਰਾ ਹੈ, ਇਸ ਕਰਕੇ ਦੁਬਾਰਾ ਨਹੀਂ ਹੁੰਦਾ। ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਜਿਤ ਜਿਸ ਘਟ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਉਪਜੈ, ਪੈਦਾ ਨਹੀਂ ਹੁੰਦਾ। ਜਿਤ ਘਟ ਨਾਮ ਨਾ ਉਪਜੈ, ਜਿਤ ਜਿਸ ਘਟ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਉਪਜਦਾ, ਪੈਦਾ ਨਹੀਂ ਹੁੰਦਾ। ਫੂਟ ਮਰੈ ਜਨ ਸੋਏ, ਉਹ ਜਨ ਉਹ ਪੁਰਖ ਫੂਟ ਤੜਫ ਤੜਫ ਕੇ ਮਰਦਾ ਹੈ। ਸਾਬਲ ਸੁੰਦਰ ਰਮਈਆ, ਸਾਬਲ ਛਾਂ ਆਦਿਕ ਰੁੱਖਾਂ ਨੂੰ ਧਾਰਨ ਵਾਲੇ, ਆਪਣੇ ਆਪ ਨੂੰ ਮਾਇਆ ਸਬਲ ਕਹਾਉਣ ਵਾਲੇ, ਸਾਬਲ ਮਨੋਹਰ ਸੁੰਦਰ ਸੋਹਣੇ ਸੱਚੇ ਸਰੂਪ ਵਾਲੇ, ਰਮਈਆ ਰਮੇ ਹੋਏ ਪਰਮੇਸ਼ਰ ਦੇ ਨਾਲ ਮੇਰਾ ਮਨ ਲਾਗਾ ਤੋਹੇ, ਕਿ ਮੇਰਾ ਸਾਡਾ ਤਾਂ ਭਗਤ ਜੀ ਕਹਿਣ ਲੱਗੇ ਹਿਰਦਾ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਰਿਹਾ ਹੈ। ਸਾਧ ਮਿਲੈ ਸਿੱਧ ਪਾਈਐ। ਭਗਤ ਜੀ ਕਹਿਣ ਲੱਗੇ ਜੇਕਰ ਕੋਈ ਸਾਧ ਮਹਾਂਪੁਰਖ ਮਿਲ ਪਵੇ ਤਾਂ ਸਿੱਧ ਮੁਕਤੀ ਪਾ ਲਈਦੀ ਹੈ, ਕਿ ਜਾਂ ਉਹ ਕਿ ਇਹੋ ਜੋਗ ਕੇ ਭੋਗ, ਜਾਂ ਉਹ ਜੋਗੀ ਹੋਵੇ ਜਾਂ ਉਹ ਭੋਗੀ ਹੋਵੇ, ਜਿਹੜੇ ਆਪਣੇ ਆਪ ਨੂੰ ਸਾਧ ਕਰਕੇ ਭਾਵ ਗਿਆਨ ਪ੍ਰਾਪਤ ਕਰਕੇ ਸ਼੍ਰੇਸ਼ਟ ਮਹਾਂਪੁਰਖ ਬਣੇ ਹਨ, ਉਹ ਭਾਵੇਂ ਜੋਗੀ ਤਿਆਗੀ
ਭਾਵੇਂ ਭੋਗੀ ਗ੍ਰਸਤੀ ਹਨ, ਉਹਨਾਂ ਨਾਲ ਮਿਲ ਕੇ ਮੁਕਤੀ ਪਾ ਲਈਦੀ ਹੈ। ਦੋਹੋਂ ਮਿਲ ਕਾਰਜ ਉਪਜੈ RAM ਨਾਮ ਸੰਜੋਗ। ਭਗਤ ਜੀ ਕਹਿਣ ਲੱਗੇ, ਹੈ ਭਾਈ, ਜਿਸ ਪ੍ਰਕਾਰ ਸੰਸਾਰ ਵਿੱਚ ਦੋਵੇਂ ਪਤੀ ਪਤਨੀ ਦੇ ਮਿਲਾਪ ਤੋਂ ਸੰਤਾਨ ਰੂਪੀ ਕਾਰਜ ਕੰਮ ਪੈਦਾ ਹੁੰਦਾ ਹੈ, ਸੰਸਾਰ ਰੂਪੀ ਜਿਹੜੀ ਸੰਤਾਨ ਹੈ, ਬੱਚੇ ਪੈਦਾ ਹੁੰਦੇ ਹਨ, ਇਸੇ ਪ੍ਰਕਾਰ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਪੂਰਨ ਗੁਰੂ ਹੋਵੇ ਤੇ ਚਾਰੇ ਸਾਧਨਾ ਸੰਪੰਨ ਸਿੱਖ ਹੋਵੇ, ਜਾਂ ਬ੍ਰਹਮ ਗਿਆਨ ਰੂਪੀ ਕਾਰਜ ਪੈਂਦਾ ਹੋਵੇ। ਦੋਹੋਂ ਮਿਲ ਕਾਰਜ ਉਪਜੈ। ਦੋਹੋਂ ਦੋ ਅੱਖਰ ਰਾਰਾ ਤੇ ਮੰਮੇ ਨੂੰ ਮੇਲ ਕਰਕੇ RAM ਸ਼ਬਦ ਦਾ ਕਾਰਜ ਪੈਦਾ ਹੁੰਦਾ ਹੋਵੇ। ਜਦੋਂ ਦੋਵੇਂ ਜੀਵ ਤੇ ਈਸ਼ਰ ਦਾ ਮਿਲਾਪ ਹੋ ਜਾਏ, ਉਦੋਂ ਕੇਵਲ ਮੋਖ ਰੂਪੀ ਕਾਰਜ ਪੈਦਾ ਹੁੰਦਾ ਹੈ। ਸੁਰਤ ਤੇ ਸ਼ਬਦ ਦੋਹਾਂ ਦਾ ਮਿਲਾਪ ਕਰਕੇ ਬ੍ਰਹਮ ਗਿਆਨ ਰੂਪੀ ਕਾਰਜ ਪੈਦਾ ਹੋ ਜਾਂਦਾ ਹੈ ਤੇ ਪਰਮੇਸ਼ਰ ਦਾ ਨਾਮ ਉਚਾਰਨ ਕਰਕੇ RAM ਨਾਮ ਸੰਜੋਗ ਕਿ ਪਰਮੇਸ਼ਰ ਦਾ ਨਾਮ ਉਚਾਰਨ ਕਰਕੇ ਉਸ ਨਾਲ ਸੰਜੋਗ, ਉਸ ਨਾਲ ਸੰਬੰਧ ਜੁੜ ਜਾਂਦਾ ਹੈ ਪਰਮੇਸ਼ਰ ਦੇ ਨਾਲ, ਭਾਵ ਉਸ ਦਾ ਮਿਲਾਪ ਹੋ ਜਾਂਦਾ ਹੈ। ਪਰਮੇਸ਼ਰ ਦੇ ਨਾਮ ਨਾਲ ਜਦੋਂ ਸੁਰਤ ਤੇ ਸ਼ਬਦ ਦਾ ਸੰਜੋਗ ਮੇਲ ਹੋ ਜਾਂਦਾ ਹੈ, ਉਸ ਵੇਲੇ ਜੀਵ ਤੇ ਈਸ਼ਰ ਦੀ ਏਕਤਾ ਹੋ ਜਾਂਦੀ ਹੈ ਤੇ ਅਪਰੋਖ ਗਿਆਨ ਰੂਪੀ ਕਾਰਜ ਉਤਪੰਨ ਹੋ ਜਾਂਦਾ ਹੈ। ਲੋਕ ਜਾਣੈ ਇਹ ਗੀਤ ਹੈ। ਲੋਕ ਜਾਣਦੇ ਹਨ ਕਿ ਇਹ ਜੋ ਕਬੀਰ ਗਾਉਂਦਾ ਹੈ, ਇਹ ਤਾਂ ਗੀਤ ਗਾਉਂਦਾ ਹੈ। ਜਿਗਿਆਸੂ ਜਨ ਹਰੀ ਪਰਮੇਸ਼ਰ ਦਾ ਕੀਰਤਨ ਕਰਦੇ ਹਨ ਤਾਂ ਅਣਜਾਣ ਲੋਕ ਕਹਿੰਦੇ ਹਨ ਇਹ ਤਾਂ ਗੀਤ ਗਾਈ ਜਾ ਰਹੇ ਹਨ। ਇਹ ਤੋਂ ਬ੍ਰਹਮ ਵਿਚਾਰ ਕਿ ਭਗਤ ਜੀ ਕਹਿਣ ਲੱਗੇ, ਇਹ ਤਾਂ ਬ੍ਰਹਮ ਵਿਆਪਕ ਪਰਮੇਸ਼ਰ ਦੀ ਵਿਚਾਰ ਹੈ, ਜਿਹੜੇ ਪਰਮੇਸ਼ਰ ਦੇ ਗੀਤ ਗਾਉਣੇ ਹਨ, ਪਰਮੇਸ਼ਰ ਦੀ ਸਿਫਤ ਕਰਨੀ ਹੈ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਬੋਲੇ ਅੱਲਾ ਕੋਈ ਗੁਸਾਏ, ਕਿ ਕੋਈ ਆਪਣੇ ਆਪਣੇ ਧਰਮ ਦੇ ਵਿੱਚ ਪਰਮੇਸ਼ਰ ਦਾ ਨਾਮ ਲੈ ਕੇ ਕੋਈ ਵੀ ਗੀਤ ਗਾਉਂਦਾ ਹੈ। ਇਹ ਬ੍ਰਹਮ ਦੀ ਗੱਲ ਹੈ ਕਿ ਉਸ ਪਰਮੇਸ਼ਰ ਦੇ ਨਾਲ ਮਿਲਣ ਦੀ ਗੱਲ ਹੈ, ਇਹ ਗੀਤ ਨਹੀਂ ਹਨ। ਜਿਉ ਕਾਂਸੀ ਉਪਦੇਸ਼ ਹੋਏ, ਜਿਸ ਪ੍ਰਕਾਰ ਕਹਿੰਦੇ ਹਨ ਕਿ ਕਾਂਸੀ ਬਨਾਰਸ ਵਿੱਚ ਮਨੁੱਖ ਦੇ ਮਰਨ ਦੇ ਵੇਲੇ ਉਪਦੇਸ਼ ਹੋਏ, ਜੋ ਉਪਦੇਸ਼ ਤਾਰਕ ਮੰਤਰ ਹੁੰਦਾ ਹੈ। ਮਾਨਸ ਮਰਤੀ ਬਾਰ, ਸ਼ਿਵ ਜੀ ਉਸ ਦੇ ਕੰਨ ਵਿੱਚ ਇਹ RAM ਨਾਮ ਤਾਰਕ ਮੰਤਰ ਦਿੰਦਾ ਹੈ, ਜਿਸ ਨਾਲ ਉਹ ਮੁਕਤ ਹੁੰਦਾ ਹੈ। ਇਉਂ ਉਹ RAM ਨਾਮ ਕਰਕੇ ਹੀ ਮੁਕਤ ਹੁੰਦੇ ਹਨ। ਜਿਵੇਂ ਜਿਸ ਨੂੰ ਗੁਰਾਂ ਦੇ ਉਪਦੇਸ਼, ਗੁਰਾਂ ਦੇ ਸ਼ਬਦ ਦੁਆਰਾ ਤੇ ਗੁਰਾਂ ਦੇ ਸ਼ਬਦ ਦੀ ਸਿੱਖਿਆ ਦੁਆਰਾ ਬ੍ਰਹਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਦੇ ਹਿਰਦੇ ਰੂਪੀ ਦਵਾਰ ਵਿੱਚੋਂ ਮਾਨ ਹੰਕਾਰ ਦੇ ਸਹਿਤ ਮਾਇਆ ਵੀ ਮਰ ਜਾਂਦੀ ਹੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ। ਹੇ ਭਾਈ, ਭਾਵੇਂ ਕੋਈ ਪਰਮੇਸ਼ਰ ਦੇ ਨਾਮ ਤਾਈਂ ਚਿੱਤ ਲਾ ਕੇ, ਮਨ ਲਾ ਕੇ ਗਾਉਣਾ ਕਰੇ, ਹਰ ਨਾਮਾ ਚਿੱਤ ਲਾਏ, ਕਿ ਹੇ ਭਾਈ, ਭਾਵੇਂ ਕੋਈ ਹਰੀ ਪਰਮੇਸ਼ਰ ਦੇ ਨਾਮਾ ਨਾਮ ਤਾਈਂ ਚਿੱਤ ਮਨ ਲਾ ਕੇ ਗਾਉਣਾ ਕਰੇ, ਭਾਵੇਂ ਕੋਈ ਸੁਣਨਾ ਕਰੇ, ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਭਗਤ ਜੀ ਕਥਨ ਕਰਦੇ ਹਨ ਕਿ ਇਸ ਗੱਲ ਵਿੱਚ ਕੋਈ ਵੀ ਸੰਸਾ, ਕੋਈ ਵੀ ਭਰਮ, ਕੋਈ ਵੀ ਸ਼ੰਕਾ ਨਹੀਂ ਹੈ। ਉਹ ਮਨੁੱਖ ਅੰਤ ਅਖੀਰਲੇ ਸਮੇਂ ਪਰਮਗਤ ਕੇਵਲ ਮੋਖ ਨੂੰ ਪਾ ਲੈਂਦਾ ਹੈ, ਉਸ ਦੀ ਮੁਕਤੀ ਹੋ ਜਾਂਦੀ ਹੈ।
ਭਾਵ ਜੇਕਰ ਜਿਉਂਦੇ ਦੇ ਫੁਰਨੇ ਮਿਟ ਗਏ, ਇਸ ਜੀਵ ਦੇ ਜਿਉਂਦੇ ਜਿਉਂਦੇ ਦੇ ਜੇ ਫੁਰਨੇ ਮਿਟ ਗਏ, ਜਿਉਂਦੇ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਕਰੇਗਾ, ਪਰ ਇਸ ਜੀਵ ਦੇ ਫੁਰਨੇ ਨਹੀਂ ਮਿਟਦੇ। ਪਰਮੇਸ਼ਰ ਦੇ ਨਾਮ ਦੇ ਵਿੱਚ ਬਿਰਤੀ ਨਹੀਂ ਲੱਗਦੀ, ਫੁਰਨੇ ਹੀ ਫੁਰੀ ਜਾਂਦੇ ਹਨ। ਜੇ ਕਿਤੇ ਫੁਰਨੇ ਮਿਟ ਜਾਣ ਤਾਂ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜੇ ਇਸ ਜੀਵ ਦੇ ਮਨ ਦੇ ਫੁਰਨੇ ਮਿਟ ਜਾਣ ਤਾਂ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਨਹੀਂ ਤਾਂ ਮੁਕਤ ਤਾਂ ਜ਼ਰੂਰ ਹੀ ਹੋ ਜਾਵੇਗਾ ਜੇ ਕਿਤੇ ਮਨ ਦੇ ਫੁਰਨੇ ਮਿਟ ਕੇ ਪਰਮੇਸ਼ਰ ਦੇ ਨਾਮ ਦੇ ਨਾਲ ਚਿੱਤ ਦੀ ਬਿਰਤੀ ਲੱਗ ਜਾਏ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਸਮਝਾਉਣਾ ਕੀਤਾ ਹੈ। ਗੌੜੀ ਰਾਗ ਦੇ ਅੰਦਰ ਭਗਤ ਜੀ ਅਗਲੇ ਸ਼ਬਦ ਦੇ ਵਿੱਚ ਸਮਝਾ ਰਹੇ ਹਨ, ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਭਗਤ ਜੀ ਕਹਿਣ ਲੱਗੇ, ਹੇ ਭਾਈ, ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਯਤਨ, ਜਿਤਨੇ ਵੀ ਉਪਾਅ ਕਰਦੇ ਹਨ, ਭਾਵ ਵਿਕਾਰਾਂ ਵਿੱਚ ਪੈ ਕੇ ਸਕਾਮ ਕਰਮਾਂ ਵਿੱਚ ਲੱਗੇ ਹੋਏ ਹਨ, ਭਾਵ ਸਾਗਰ ਨਹੀਂ ਤਾਰਿਓ ਰੇ, ਉਹ ਸਾਰੇ ਯਤਨ ਕਰਦੇ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਰਹੇ ਹਨ। ਇਹਨਾਂ ਵਿਕਾਰਾਂ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਨਹੀਂ ਹੈ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ ਹੇ ਭਾਈ, ਜੋ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਯਤਨ ਕਰਦੇ ਹਨ, ਭਾਵ ਵਿਕਾਰਾਂ ਵਿੱਚ ਪੈ ਕੇ ਸਕਾਮ ਕਰਮਾਂ ਵਿੱਚ ਲੱਗੇ ਹੋਏ ਹਨ, ਉਹ ਸਾਰੇ ਯਤਨ ਕਰਦੇ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਰਹੇ ਹਨ। ਇਹਨਾਂ ਵਿਕਾਰਾਂ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਨਹੀਂ ਕੀਤਾ। ਕਰਮ ਧਰਮ ਕਰਤੇ ਬਹੁ ਸੰਜਮ, ਹੇ ਭਾਈ, ਕਈ ਲੋਕ ਕਰਮ ਕਾਂਡ ਕਰਦੇ ਹਨ ਕਿ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਹਨ ਤੇ ਧਰਮ ਜਗ ਆਦਿਕ ਕਰਦੇ ਹਨ, ਤੇ ਕਈ ਬਹੁਤ ਤਰੀਕਿਆਂ ਨਾਲ ਸੰਜਮ ਇੰਦਰੀਆਂ ਦਾ ਦਮਨ ਕਰਦੇ ਹਨ, ਪਰੰਤੂ ਅਹੰ ਬੁੱਧ ਮਨ ਜਾਰਿਓ ਰੇ। ਪਰੰਤੂ ਇਹਨਾਂ ਦਾ ਹਿਰਦਾ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਨੇ ਸਾੜਨਾ ਕੀਤਾ ਹੈ। ਇਹਨਾਂ ਨੂੰ ਫਿਰ ਇਹ ਕਰਮ ਕਰਦਿਆਂ ਹੰਕਾਰ ਹੋ ਜਾਂਦਾ ਹੈ ਤੇ ਫਿਰ ਇਹਨਾਂ ਦਾ ਹਿਰਦਾ ਹੰਕਾਰ ਵਾਲੀ ਬੁੱਧੀ ਹੀ ਸਾੜ ਦਿੰਦੀ ਹੈ। ਕਰਮ ਧਰਮ ਕਰਤੇ ਬਹੁ ਸੰਜਮ, ਅਹਾਂ ਬੁੱਧ ਮਨ ਜਾਰਿਓ ਰੇ। ਹੇ ਭਾਈ, ਕਈ ਲੋਕ ਕਰਮ ਕਾਂਡ ਕਰਦੇ ਹਨ ਤੇ ਕਈ ਧਰਮ ਜਗ ਆਦਿਕ ਕਰਦੇ ਹਨ ਤੇ ਕਈ ਬਹੁਤ ਤਰੀਕਿਆਂ ਨਾਲ ਇੰਦਰੀਆਂ ਦਾ ਦਮਨ ਕਰਦੇ ਰਹਿੰਦੇ ਹਨ, ਪਰੰਤੂ ਇਹਨਾਂ ਦਾ ਮਨ, ਇਹਨਾਂ ਦਾ ਹਿਰਦਾ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਨੇ ਸਾੜਨਾ ਕੀਤਾ ਹੈ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨੋ ਵਿਸਾਰਿਓ ਰੇ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨੋ ਵਿਸਾਰਿਓ ਰੇ। ਰੇ ਹੇ ਭਾਈ, ਜਿਹੜਾ ਸਭ ਨੂੰ ਸਾਹ ਲੈਣ, ਜਿਹੜਾ ਸਭ ਨੂੰ ਸਾਹ ਦੇਣ ਵਾਲਾ, ਗਰਾਸ ਗਰਾਹੀ, ਰੋਜੀ ਦੇਣ ਵਾਲਾ ਦਾਤਾ ਠਾਕੁਰ ਪਰਮੇਸ਼ਰ ਹੈ। ਸੋ ਕਿਉ ਮਨੋ ਵਿਸਾਰਿਓ ਰੇ, ਕਿ ਉਸ ਪਰਮੇਸ਼ਰ ਨੂੰ ਤੂੰ ਆਪਣੇ ਮਨੋਂ, ਆਪਣੇ ਹਿਰਦੇ ਵਿੱਚੋਂ ਕਿਹੜੀ ਗੱਲੋਂ ਵਿਸਾਰਿਓ, ਭੁਲਾ ਦਿੱਤਾ ਹੈ। ਜਿਹੜਾ ਪਰਮੇਸ਼ਰ ਸਾਹ ਦੇਣ ਵਾਲਾ ਹੈ ਤੇ ਗਰਾਹੀ ਭਾਵ ਰੋਜੀ ਦੇਣ ਵਾਲਾ ਹੈ, ਠਾਕੁਰ ਮਾਲਕ ਪਰਮੇਸ਼ਰ ਹੈ, ਉਸ ਪਰਮੇਸ਼ਰ ਨੂੰ ਤੂੰ ਆਪਣੇ ਮਨ ਵਿੱਚੋਂ ਕਿਹੜੀ ਗੱਲੋਂ ਵਿਸਾਰ ਦਿੱਤਾ ਹੈ।
ਭਗਤ ਜੀ ਅੱਗੇ ਕਥਨ ਕਰਦੇ ਹਨ, ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੈ ਹਾਰਿਓ ਰੇ। ਰਹਾਉ। ਭਗਤ ਕਬੀਰ ਜੀ ਕਹਿਣ ਲੱਗੇ, ਹੀਰਾ ਲਾਲ ਅਮੋਲ ਜਨਮ ਹੈ, ਕਿ ਹੀਰਾ ਹੀਰਿਆਂ ਅਤੇ ਲਾਲ ਲਾਲਾਂ ਨਾਲੋਂ ਵੀ ਅਮੋਲ ਅਮੋਲਕ ਬੇਕੀਮਤੀ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਹੀਰਾ ਲਾਲ ਅਮੋਲ ਜਨਮ ਹੈ। ਹੀਰਾ ਭਾਵ ਪਰਮੇਸ਼ਰ ਦਾ ਨਾਮ, ਲਾਲ ਪ੍ਰੇਮ ਦੇਣ ਵਾਲਾ ਅਮੋਲ ਬੇਕੀਮਤਾ ਮਨੁੱਖਾ ਜਨਮ ਮਿਲਿਆ ਹੈ। ਹੇ ਭਾਈ ਕੌਡੀ ਬਦਲੈ ਹਾਰਿਓ ਰੇ, ਕਿ ਹੇ ਭਾਈ ਤੂੰ ਇਸ ਮਨੁੱਖਾ ਜਨਮ ਰੂਪੀ ਸਰੀਰ ਨੂੰ ਕੌਡੀਆਂ ਦੇ ਬਦਲੇ ਹਾਰ ਰਿਹਾ ਹੈ, ਕੌਡੀਆਂ ਦੇ ਬਦਲੇ ਨਿਸਫਲ ਗੁਆ ਰਿਹਾ ਹੈ। ਰਹਾਉ। ਜੈਸਾ ਕਿ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਤੇਰਾ ਮਨੁੱਖਾ ਜਨਮ ਹੀਰਿਆਂ ਦੇ ਭਾਅ ਵੀ ਨਹੀਂ ਮਿਲਦਾ, ਪਰ ਤੂੰ ਕੌਡੀਆਂ ਦੇ ਵੱਟੇ ਇਸ ਨੂੰ ਗਵਾ ਰਿਹਾ ਹੈ। ਤ੍ਰਿਸ਼ਨਾ ਤ੍ਰੇਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹਿ ਵਿਚਾਰਿਓ ਰੇ। ਤ੍ਰਿਸ਼ਨਾ ਤ੍ਰੇਖਾ ਭੂਖ ਭ੍ਰਮ ਲਾਗੀ, ਹਿਰਦੈ ਨਾਹਿ ਵਿਚਾਰਿਓ ਰੇ। ਕਿ ਭ੍ਰਮ ਭਰਮ ਕਰਕੇ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਇੱਛਾ, ਖਾਣ ਪੀਣ ਦੀ ਤ੍ਰੇਖਾ ਤੇ ਪਿਆਸ ਅਤੇ ਪਦਾਰਥਾਂ ਦੇ ਖਾਣ ਦੀ ਭੁੱਖ ਲੱਗੀ ਹੋਈ ਹੈ ਤੈਨੂੰ। ਤ੍ਰਿਸ਼ਨਾ ਤ੍ਰੇਖਾ ਭੂਖ ਭ੍ਰਮ ਲਾਗੀ, ਕਿ ਭਰਮ ਕਰਕੇ ਰਸਾਂ ਕਸਾਂ ਦੇ ਭੋਗਣ ਦੀ ਇੱਛਾ, ਖਾਣ ਪੀਣ ਦੀ ਤੇ ਪਿਆਸ ਤੇ ਪਦਾਰਥਾਂ ਦੇ ਖਾਣ ਦੀ ਭੁੱਖ ਲੱਗੀ ਹੋਈ ਹੈ। ਕਿ ਤ੍ਰਿਸ਼ਨਾ ਦੀ ਤੇ ਅਤੇ ਆਸਾ ਰੂਪੀ ਭੁੱਖ ਲੱਗੀ ਹੈ। ਇਸ ਕਰਕੇ ਭਰਮ ਵਿੱਚ ਦਿਨ ਰਾਤ ਫਿਰਦਾ ਰਹਿੰਦਾ ਹੈ। ਹੇ ਭਾਈ ਹਿਰਦੈ ਨਾਹਿ ਵਿਚਾਰਿਓ ਰੇ। ਹੇ ਭਾਈ ਤੂੰ ਇਹਨਾਂ ਨੂੰ ਮੇਟਣ ਵਾਸਤੇ ਜਿਹੜੀ ਰਸਾਂ ਕਸਾਂ ਦੀ ਤ੍ਰਿਸ਼ਨਾ ਹੈ, ਖਾਣ ਦੀ ਤੇ ਹੈ ਤੇ ਪਦਾਰਥਾਂ ਦੀ ਭੁੱਖ ਲੱਗੀ ਹੈ, ਇਹਨਾਂ ਨੂੰ ਮੇਟਣ ਵਾਸਤੇ ਆਪਣੇ ਹਿਰਦੇ ਆਪਣੇ ਮਨ ਵਿੱਚੋਂ ਪਰਮੇਸ਼ਰ ਨੂੰ ਵਿਸਾਰਨਾ ਕੀਤਾ ਹੈ। ਤੇ ਜੇ ਪਰਮੇਸ਼ਰ ਨੂੰ ਵਸਾਏਗਾ ਤਾਂ ਇਹ ਜਿਹੜੇ ਖਾਣ ਦੀ ਭੁੱਖ ਹੈ ਤੇ ਪੀਣ ਦੀ ਤੇ ਹੈ, ਰਸਾਂ ਕਸਾਂ ਦੀ ਤ੍ਰਿਸ਼ਨਾ ਹੈ, ਇਹ ਮਿਟ ਜਾਏਗੀ ਜੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਏਗਾ। ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਉਨਮਤ ਮਾਨ ਹਿਰਿਓ ਮਨ ਮਾਹੀ। ਹੇ ਭਾਈ ਤੂੰ ਸਤਿਗੁਰਾਂ ਦਾ ਸ਼ਬਦ, ਸਤਿਗੁਰਾਂ ਦਾ ਉਪਦੇਸ਼ ਹਿਰਦੇ ਵਿੱਚ ਨਾ ਧਾਰਿਓ, ਨਹੀਂ ਧਾਰਨ ਕੀਤਾ, ਜਿਸ ਕਰਕੇ ਉਨਮਤ ਮਾਨ ਹਿਰਿਓ, ਜਿਸ ਕਰਕੇ ਉਨਮਤ ਕਲਪਣੇ ਕਰਕੇ ਹੰਕਾਰ ਆਦਿਕ ਵਿਕਾਰਾਂ ਨੇ ਤੇਰੇ ਹਿਰਦੇ ਵਿੱਚੋਂ ਸ਼ੁਭ ਗੁਣਾਂ ਨੂੰ ਹਿਰ ਲਿਆ ਹੈ, ਚੁਰਾ ਲਿਆ ਹੈ। ਕਿ ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਹੇ ਭਾਈ ਤੂੰ ਗੁਰੂ ਦਾ ਸ਼ਬਦ ਉਪਦੇਸ਼ ਹਿਰਦੇ ਵਿੱਚ ਧਾਰਨ ਨਹੀਂ ਕੀਤਾ। ਜੋ ਕੁਝ ਬਾਣੀ ਕਹਿੰਦੀ ਹੈ ਕਿ ਬਾਣੀ ਨੂੰ ਹਿਰਦੇ ਵਿੱਚ ਵਸਾਉਣਾ ਨਹੀਂ ਕੀਤਾ, ਜਿਸ ਕਰਕੇ ਉਨਮਨ ਕਲਪ ਪੁਣੇ ਕਰਕੇ ਹੰਕਾਰ ਆਦਿਕ ਵਿਕਾਰਾਂ ਨੇ ਤੇਰੇ ਹਿਰਦੇ ਵਿੱਚੋਂ ਸ਼ੁਭ ਗੁਣਾਂ ਨੂੰ ਚੁਰਾ ਲਿਆ ਹੈ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਾਦ ਰਸ ਲੈਤ ਵਿਕਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਾਦ ਰਸ ਲੈਤ ਵਿਕਾਰਿਓ ਰੇ। ਕਿ ਸ਼ਬਦਾਇਕ ਵਿਸ਼ਿਆਂ ਦੇ ਸਵਾਦ ਵਿੱਚ, ਜਵਾਨ ਦੇ ਜੀਵ ਦੇ ਸਵਾਦਾਂ ਵਿੱਚ ਲੁਭਤ ਲੁਭਾਏ ਮਨ ਹੋ ਰਿਹਾ ਹੈ। ਇੰਦਰੀ ਰਸ ਪ੍ਰੇਰਿਓ ਰੇ।
ਇੰਦਰੀਆਂ ਦੇ ਭੋਗਾਂ ਦੇ ਰਸਾਂ ਨੇ ਤੈਨੂੰ ਪ੍ਰੇਰ ਛੱਡਿਆ ਹੈ ਅਤੇ ਮਾਦ ਰਸ ਲੈਤ ਵਿਕਾਰਿਓ ਰੇ। ਮਦ ਹੁੰਦੀ ਹੈ ਸ਼ਰਾਬ, ਸ਼ਰਾਬ ਆਦਿਕ ਦੇ ਰਸਾਂ ਨੂੰ ਲੈ ਕਰਕੇ ਵਿਕਾਰਿਓ ਰੇ ਕਿ ਕਾਮ ਆਦਿਕ ਵਿਕਾਰਾਂ ਨੂੰ ਭੋਗਦਾ ਫਿਰਦਾ ਹੈ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ ਕਿ ਸ਼ਬਦਾਇਕ ਵਿਸ਼ਿਆਂ ਦੇ ਸਵਾਦ ਵਿੱਚ, ਜੀਵ ਦੇ ਸਵਾਦਾਂ ਵਿੱਚ ਲੁਭਾਏਮਾਨ ਹੋ ਰਿਹਾ ਹੈ। ਇੰਦਰੀਆਂ ਦੇ ਭੋਗਾਂ ਦੇ ਰਸਾਂ ਵਿੱਚ, ਰਸਾਂ ਨੇ ਤੈਨੂੰ ਪ੍ਰੇਰ ਛੱਡਿਆ ਹੈ ਤੇ ਮਦ ਸ਼ਰਾਬ ਆਦਿਕ ਦੇ ਰਸਾਂ ਨੂੰ ਲੈ ਕਰਕੇ ਕਾਮ ਆਦਿਕ ਵਿਕਾਰਾਂ ਨੂੰ ਭੋਗਦਾ ਫਿਰਦਾ ਹੈ। ਕਰਮ ਭਾਗ ਸੰਤਨ ਸੰਗਾਨੇ ਕਾਸ਼ਟ ਲੋ ਉਧਾਰਿਓ ਰੇ। ਭਗਤ ਜੀ ਕਹਿਣ ਲੱਗੇ, ਹੇ ਭਾਈ, ਜੇਕਰ ਤੇਰੇ ਚੰਗੇ ਕਰਮ ਹਨ ਤਾਂ ਤੂੰ ਭਾਗ ਸੰਤਨ, ਤੂੰ ਭਾਗ ਭੱਜ ਕੇ ਸੰਤਨ ਮਹਾਂਪੁਰਖਾਂ ਦੇ ਸੰਗਾਨੇ ਸੰਗ ਮਿਲਣਾ ਕਰ ਤੇ ਬੇਨਤੀ ਕਰ ਕਿ ਹੇ ਮਹਾਂਪੁਰਖੋ, ਜਿਵੇਂ ਕਾਸ਼ਟ ਲੋਹ ਉਧਾਰਿਓ ਰੇ, ਜਿਵੇਂ ਕਾਸ਼ਟ ਲੱਕੜਾਂ ਦੀ ਵੇੜੀ ਵਿੱਚ ਲੋਹਾ ਰੱਖਣ ਨਾਲ ਉਹ ਲੋਹਾ ਵੀ ਤਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਇਸੇ ਪ੍ਰਕਾਰ ਅਸੀਂ ਲੋਹੇ ਵਰਗੇ ਲੋਭੀ ਲਾਲਚੀ ਪਾਪੀ ਪੁਰਸ਼ ਹਾਂ। ਹੇ ਪਰਮੇਸ਼ਰ, ਤੂੰ ਹੀ ਕਿਰਪਾ ਕਰਕੇ ਤੁਸੀਂ ਕਿਰਪਾ ਕਰਕੇ ਆਪਣੀ ਸਰਨ ਰੂਪੀ ਬੇੜੀ ਵਿੱਚ ਸਾਨੂੰ ਰੱਖ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰੋ। ਕਰਮ ਭਾਗ ਸੰਤਨ ਸੰਗਾਨੇ ਕਾਸ਼ਟ ਲੋ ਉਧਾਰਿਓ ਰੇ ਕਿ ਹੇ ਭਾਈ, ਜੇਕਰ ਤੇਰੇ ਚੰਗੇ ਕਰਮ ਹਨ ਤਾਂ ਤੂੰ ਭਾਗ ਭੱਜ ਕਰਕੇ ਸੰਤਨ ਸੰਗਾਨੇ ਕਿ ਸੰਤ ਮਹਾਂਪੁਰਖਾਂ ਦੇ ਸੰਗ ਵਿੱਚ ਮਿਲਣਾ ਕਰ। ਜਿੱਥੇ ਸਤ ਸੰਗਤ ਹੁੰਦੀ ਹੋਵੇ ਤੇ ਉੱਥੇ ਜਾ ਕੇ ਬੇਨਤੀਆਂ ਕਰਿਆ ਕਰ ਕਿ ਹੇ ਮਹਾਂਪੁਰਖੋ, ਜਿਵੇਂ ਕਾਸ਼ਟ ਲੋ ਉਧਾਰਿਓ ਰੇ, ਜਿਵੇਂ ਕਾਸ਼ਟ ਲੱਕੜ ਦੀ ਵੇੜੀ ਵਿੱਚ ਲੋਹਾ ਰੱਖਣ ਨਾਲ ਉਹ ਤਰ ਜਾਂਦਾ ਹੈ, ਪਾਰ ਹੋ ਜਾਂਦਾ ਹੈ। ਇਸ ਪ੍ਰਕਾਰ ਅਸੀਂ ਲੋਹੇ ਵਰਗੇ ਲੋਭੀ ਲਾਲਚੀ ਪਾਪੀ ਪੁਰਸ਼ ਹਾਂ। ਤੁਸੀਂ ਕਿਰਪਾ ਕਰਕੇ ਆਪਣੀ ਸਰਨ ਰੂਪੀ ਬੇੜੀ ਵਿੱਚ ਸਾਨੂੰ ਰੱਖ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨਾ ਕਰੋ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਜੀਵ, ਸੰਤ ਜਨਾਂ ਅੱਗੇ ਇਉਂ ਬੇਨਤੀ ਕਰਿਆ ਕਰ, ਧਾਵਤ ਜੋਨ ਜਰਮ ਭ੍ਰਮ ਥਾਕੇ ਅਬ ਦੁੱਖ ਕਰ ਹਮ ਹਾਰਿਓ ਰੇ। ਭਗਤ ਜੀ ਕਹਿਣ ਲੱਗੇ ਕਿ ਸਤ ਸੰਗਤ ਦੇ ਵਿੱਚ ਜਾ ਕੇ ਐਸੇ ਅਰਦਾਸਾਂ ਬੇਨਤੀਆਂ ਕਰਿਆ ਕਰ, ਧਾਵਤ ਜੋਨ ਜਨਮ ਭ੍ਰਮ ਥਾਕੇ। ਹੇ ਪਿਆਰੇ ਸੰਤ ਜਨੋ, ਕਹਿਣਾ ਕਰ ਜਾ ਕੇ ਮਹਾਤਮਾ ਜਨਾਂ ਕੋਲੇ ਕਿ ਮੈਂ ਅਨੇਕਾਂ ਜਨਮ ਭਰਮ ਕਰਕੇ ਜੂਨਾਂ ਵਿੱਚ ਧਾਵਤ ਦੌੜਦਾ ਹੋਇਆ ਥੱਕ ਗਿਆ ਹਾਂ। ਧਾਵਤ ਜੋਨ ਜਨਮ ਭ੍ਰਮ ਥਾਕੇ ਕਿ ਹੇ ਪਿਆਰੇ ਸੰਤ ਜਨੋ, ਮੈਂ ਅਨੇਕਾਂ ਜਨਮ ਭਰਮ ਕਰਕੇ ਜੂਨਾਂ ਵਿੱਚ ਦੌੜਦਾ ਹੋਇਆ ਥੱਕ ਗਿਆ ਹਾਂ। ਆਪ ਦੁੱਖ ਕਰ ਹਮ ਹਾਰਿਓ ਰੇ। ਆਪ ਹੁਣ ਦੁੱਖਾਂ ਨੂੰ ਭੋਗ ਕਰਕੇ ਮੈਂ ਹਾਰਿਓ, ਹਾਰ ਭਾਵ ਥੱਕ ਗਿਆ ਹਾਂ। ਇਸ ਕਰਕੇ ਇਸ ਜਨਮ ਵਿੱਚ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਕਹੈ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਇਉਂ ਬੇਨਤੀਆਂ ਕਰਨ ਨਾਲ ਸੰਤ ਗੁਰੂ ਨਾਲ ਮੇਲ ਦਿੰਦੇ ਹਨ ਕਿ ਜੋ ਸਤ ਸੰਗੀ ਹਨ ਉਹ ਇਹ ਕਹਿੰਦੇ ਹਨ ਕਿ ਗੁਰੂ ਦੀ ਗੱਲ ਮੰਨ, ਗੁਰੂ ਦੇ ਨਾਲ ਉਹ ਜੋੜ ਦਿੰਦੇ ਹਨ। ਅਤੇ ਸਤਿਗੁਰੂ ਸਾਹਿਬ ਜੀ ਤਾਂ ਹੀ ਮਿਲਣ ਨਾਲ
ਮਹਾ ਵੱਡਾ ਰਸ ਭਾਵ ਆਤਮਾਨੰਦ ਪ੍ਰਾਪਤ ਹੋ ਜਾਂਦਾ ਹੈ। ਤੇ ਹੇ ਭਾਈ, ਪ੍ਰੇਮ ਭਗਤ ਨਿਸਤਾਰਿਓ ਰੇ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਨੂੰ ਹੀ ਸੰਸਾਰ ਸਮੁੰਦਰ ਤੋਂ ਗੁਰੂ ਨੇ ਤਾਰਨਾ ਕੀਤਾ ਹੈ ਨਾਮ ਦੀ ਦਾਤ ਦੇ ਕੇ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਅਗਲੇ ਸ਼ਬਦ ਦੇ ਵਿੱਚ ਕਿ ਭਗਤ ਕਬੀਰ ਸਾਹਿਬ ਜੀ ਹਮੇਸ਼ਾ ਸਤ ਸੰਗਤ ਕਰਿਆ ਕਰਦੇ ਸਨ। ਉਹਨਾਂ ਦਾ ਇੱਕ ਸਤ ਸੰਗੀ ਸੀ, ਜਿਨ੍ਹਾਂ ਦਾ ਪੁੱਤਰ ਕੁਸੰਗਤ ਦੇ ਅਧੀਨ ਹੋਣ ਕਰਕੇ, ਖੋਟੀ ਸੰਗਤ ਕਰਕੇ, ਖੋਟਿਆਂ ਬੰਦਿਆਂ ਦੇ ਨਾਲ ਰਲ ਕੇ ਵਿਕਾਰੀ ਹੋ ਗਿਆ। ਵਿਕਾਰੀਆਂ ਦੇ ਨਾਲ, ਖੋਟੀ ਸੰਗਤ ਵਾਲਿਆਂ ਦੇ ਨਾਲ ਰਲ ਕੇ ਵਿਕਾਰੀ ਹੋ ਗਿਆ। ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਭਗਤ ਕਬੀਰ ਜੀ ਦੇ ਪਾਸ ਆਇਆ, ਸਤ ਸੰਗੀ ਜਿਹੜਾ ਸਤ ਸੰਗਤ ਕਰਦਾ ਸੀ, ਤੇ ਆ ਕੇ ਬੇਨਤੀ ਕੀਤੀ ਭਗਤ ਜੀ ਨੂੰ ਕਿ ਮਹਾਰਾਜ, ਇਹ ਮੇਰਾ ਪੁੱਤਰ ਖੋਟੀ ਸੰਗਤ ਕਰਨ ਕਰਕੇ ਵਿਕਾਰੀ ਹੋ ਗਿਆ ਹੈ, ਹਰ ਦਮ ਬੁਰੇ ਕੰਮਾਂ ਵਿੱਚ ਹੀ ਲੱਗਿਆ ਰਹਿੰਦਾ ਹੈ। ਆਪ ਜੀ ਕਿਰਪਾ ਕਰਕੇ ਇਸ ਨੂੰ ਸਮਝਾਉਣਾ ਕਰੋ। ਤਾਂ ਭਗਤ ਕਬੀਰ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਉਸ ਨੂੰ ਸਿੱਖਿਆ ਦੇਣ ਲਈ ਇਹ ਸ਼ਬਦ ਉਚਾਰਨ ਕਰਦੇ ਹਨ ਕਿ ਕਾਲ ਬੂਤ ਕੀ ਹਸਤਨੀ ਮਨ ਬੌਰਾਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਾਜ ਬਸ ਪਰੇ, ਮਨ ਬੌਰਾਰੇ ਅੰਕਸ ਸਹਿਓ ਸੀਸ। ਭਗਤ ਜੀ ਗੁਰਬਾਣੀ ਦੁਆਰਾ ਸਮਝਾ ਰਹੇ ਹਨ, ਮਨ ਨੂੰ ਸੰਬੋਧਨ ਕਰਕੇ ਉਸ ਬੱਚੇ ਨੂੰ ਸਮਝਾ ਰਹੇ ਹਨ ਜਿਹੜਾ ਖੋਟੀ ਸੰਗਤ ਵਿੱਚ ਪੈ ਗਿਆ ਸੀ। ਕਹਿਣ ਲੱਗੇ, ਹੇ ਬੌਰਿਆ, ਹੇ ਕਮਲਿਆ, ਮਨਾ ਇਹ ਕਾਲਬੂਤ ਕਲਬੂਤ ਸਰੀਰਾਂ ਦੇ ਢਾਂਚੇ ਨੂੰ ਕਾਗਜ਼ਾਂ ਦੀ ਬਣੀ ਹੋਈ ਹਸਤਨੀ ਦੀ ਨਿਆਈ ਜਾਣਨਾ ਕਰ। ਜਿਹੜਾ ਤੇਰਾ ਸਰੀਰ ਹੈ, ਇਹ ਜਿਹੜਾ ਸਰੀਰ ਹੈ ਕਾਗਜ਼ਾਂ ਦਾ ਬਣਿਆ ਜਾਣਨਾ ਕਰ। ਜਿਵੇਂ ਕਾਗਜ਼ਾਂ ਦਾ ਢਾਂਚਾ ਬਣਿਆ ਹੁੰਦਾ ਹੈ, ਜਿਵੇਂ ਹਸਤਨੀ ਹੱਥਨੀ ਕਾਗਜ਼ਾਂ ਦੀ ਬਣਾਈ ਸੀ, ਕਿ ਇਸ ਤਰ੍ਹਾਂ ਇਹਨੂੰ ਜਾਣਨਾ ਕਰ। ਕਾਲ ਬੂਤ ਕੀ ਹਸਤਨੀ ਮਨ ਬੌਰਾਰੇ, ਚਲਤ ਰਚਿਓ ਜਗਦੀਸ਼, ਕਿ ਹੇ ਬੌਰਿਆ ਕਮਲਿਆ ਮਨਾ, ਇਹ ਕਲਬੂਤ ਸਰੀਰਾਂ ਦੇ ਢਾਂਚੇ ਨੂੰ ਕਾਗਜ਼ਾਂ ਦੀ ਬਣੀ ਹੋਈ ਹਸਤਨੀ ਹੱਥਨੀ ਦੀ ਨਿਆਈ ਜਾਣਨਾ ਕਰ। ਇਹ ਤਾਂ ਜਗਦੀਸ਼ ਜਗਤ ਦੇ ਈਸ਼ਰ ਨੇ, ਪਰਮੇਸ਼ਰ ਨੇ ਇਹ ਚਲਿੱਤਰ, ਇਹ ਕੌਤਕ ਰਚਨਾ ਕੀਤਾ ਹੈ ਕਿ ਜਿਸ ਪ੍ਰਕਾਰ ਹਾਥੀ ਨੂੰ ਪਕੜਨ ਵਾਲੇ ਜੰਗਲ ਵਿੱਚ ਇੱਕ ਡੂੰਘਾ ਟੋਆ ਪੁੱਟ ਲੈਂਦੇ ਹਨ ਤੇ ਉਸ ਨੂੰ ਘਾਹ ਆਦਿਕ ਨਾਲ ਢੱਕ ਕੇ ਉੱਪਰ ਕਲਬੂਤ ਭਾਵ ਕਾਗਜ਼ਾਂ ਦੀ ਹਸਤਨੀ ਬਣਾ ਕੇ ਖੜੀ ਕਰ ਦਿੰਦੇ ਹਨ, ਤਾਂ ਕਾਮ ਵਿੱਚ ਮਸਤ ਹੋਇਆ ਹਾਥੀ ਉਸ ਨਾਲ ਸਪਰਸ਼ ਕਰਨ ਲਈ ਆਉਂਦਾ ਹੈ ਤੇ ਉਹ ਟੋਏ ਵਿੱਚ ਡਿੱਗ ਪੈਂਦਾ ਹੈ। ਤਾਂ ਫਿਰ ਉਹ ਆਦਮੀ ਉਸ ਨੂੰ ਟੋਏ ਦੇ ਵਿੱਚ ਭੁੱਖਾ ਰੱਖਦੇ ਹਨ। ਭੁੱਖਾ ਕਰਕੇ ਉਸ ਨੂੰ ਜਦੋਂ ਉਹ ਤਾਕਤ ਤੋਂ ਕਮਜ਼ੋਰ ਹੋ ਜਾਂਦਾ ਹੈ, ਫਿਰ ਕੁੰਡੇ ਮਾਰ ਕੇ ਉਸ ਨੂੰ ਸਿਖਾ ਲੈਂਦੇ ਹਨ, ਆਪਣੇ ਅਧੀਨ ਆਪਣੇ ਵੱਸ ਕਰ ਲੈਂਦੇ ਹਨ। ਇਹ ਤਾਂ ਸਰੀਰ ਐਸਾ ਹੈ, ਨਸ਼ਿਆਂ ਦੇ ਵੱਸ ਹੋ ਰਿਹਾ ਹੈ ਕਿ ਫਿਰ ਦਰ ਦਰ 'ਤੇ ਮੰਗਦਾ ਫਿਰਦਾ ਹੈ। ਅਗਲੇ ਦ੍ਰਿਸ਼ਟਾਂਤ ਦੇ ਵਿੱਚ ਭਗਤ ਜੀ ਕਹਿਣ ਲੱਗੇ, ਕਾਮ ਸੁਆਏ ਗਾਜ ਬਸ ਪਰੇ, ਮਨ ਬੌਰਾਰੇ ਅੰਕਸ ਸਹਿਓ ਸੀਸ। ਇਸ ਪ੍ਰਕਾਰ ਕਾਮ ਗੰਦੀ ਵਾਸਨਾ ਦੇ ਸਵਾਦ ਕਰਕੇ ਗਜ ਹਾਥੀ ਬਸ ਵਿੱਚ ਪੈ ਜਾਂਦਾ ਹੈ, ਜਿਹੜੇ ਉਸ ਨੂੰ ਪਕੜਦੇ ਹਨ। ਇਵੇਂ ਹੇ ਬੌਰਿਆ, ਹੇ ਝੱਲਿਆ ਮਨਾ, ਤੂੰ ਵਿਕਾਰਾਂ ਦੀ ਕੁਸੰਗਤ ਕਰਕੇ ਬਸ ਪੈ ਕੇ
ਤੂੰ ਵਿਕਾਰਾਂ ਦੀ ਕੁਸੰਗਤ ਕਰਕੇ ਵਸ ਪੈ ਗਿਆ ਹੈ। ਵਿਕਾਰੀ ਸੰਗਤਾਂ, ਜਿਹੜੀਆਂ ਵਿਕਾਰੀ ਖੋਟੀਆਂ ਸੰਗਤਾਂ ਕਰਦੇ ਹਨ, ਉਹਨਾਂ ਦੇ ਵਸ ਪੈ ਗਿਆ ਹੈ। ਜਿਵੇਂ ਹਾਥੀ ਸਿਰ ਉੱਪਰ ਕੁੰਡੇ ਸਹਾਰਦਾ ਹੈ, ਇਵੇਂ ਤੂੰ ਮੋਹ ਰੂਪੀ ਟੋਏ ਵਿੱਚ ਡਿੱਗ ਕਰਕੇ ਤਰਕਾਂ ਰੂਪੀ ਕੁੰਡੇ ਆਪਣੇ ਸਿਰ ਤੇ ਸਹਾਰਦਾ ਹੈ। ਅਗਲੇ ਪ੍ਰਕਰਨ ਦੇ ਵਿੱਚ ਸਮਝਾ ਰਹੇ ਹਨ, ਬਿਖੈ ਰਾਚ ਹਰ ਰਾਚ ਸਮਝ ਮਨ ਬਉਰਾਰੇ। ਬਿਖੈ ਬਾਚ ਹਰ ਰਾਚ ਸਮਝ ਮਨ ਬਉਰਾਰੇ, ਕਿ ਹੇ ਬੌਰਿਆ ਕਮਲਿਆ ਮਨਾ, ਸਮਝ ਕਰਕੇ ਵਿਚਾਰ ਕਰਕੇ ਵਿਸ਼ਿਆਂ ਵਿੱਚੋਂ ਬਚਣਾ ਕਰ, ਵਿਕਾਰਾਂ ਵਿੱਚੋਂ ਬਚਣਾ ਕਰ, ਅਤੇ ਅਕਾਲ ਪੁਰਖ ਦੇ ਨਾਮ ਵਿੱਚ ਰਚਣਾ ਕਿ ਰਚ ਮਿਚ ਜਾ, ਤਾਂ ਤੇਰਾ ਬਚਾਅ ਹੋ ਜਾਏਗਾ। ਨਿਰਭਉ ਹੋਏ ਨਾ ਹਰ ਭਜੇ ਮਨ ਬਉਰਾਰੇ, ਗਹਿਓ ਨਾ ਰਾਮ ਜਹਾਜ। ਭਗਤ ਜੀ ਕਹਿਣ ਲੱਗੇ, ਹੇ ਮੇਰਿਆ ਬੌਰਿਆ ਕਮਲਿਆ ਮਨਾ, ਤੂੰ ਨਿਰਭੈ ਭੈ ਤੋਂ ਰਹਿਤ ਹੋਣ ਵਾਸਤੇ ਪਰਮੇਸ਼ਰ ਦੇ ਨਾਮ ਨੂੰ ਨਹੀਂ ਭਜਨਾ ਕਰਦਾ, ਸਿਮਰਨਾ ਕੀਤਾ, ਅਤੇ ਗਹਿਓ ਨਾ ਰਾਮ ਜਹਾਜ, ਅਤੇ ਪਰਮੇਸ਼ਰ ਦੇ ਨਾਮ ਰੂਪੀ ਬੋਹਿਤ ਨਾਮ ਰੂਪੀ ਜਹਾਜ਼ ਨੂੰ ਵੀ ਤੂੰ ਗ੍ਰਹਿਣ ਨਹੀਂ ਕੀਤਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਜਿਹੜੇ ਨਾਮ ਰੂਪੀ ਜਹਾਜ਼ ਤੇ ਤੂੰ ਪਾਰ ਹੋਣਾ ਸੀ, ਉਹ ਵੀ ਤੂੰ ਗ੍ਰਹਿਣ ਨਹੀਂ ਕੀਤਾ, ਅੰਦਰ ਜਾਪਣਾ ਨਹੀਂ ਕੀਤਾ। ਅੱਗੇ ਹੋਰ ਭਗਤ ਜੀ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ, ਮਰਕਟ ਮੁਸਕੀ ਮਾਰਕਟ ਮੁਸ਼ਟੀ ਅਨਾਜ ਕੀ ਮਨ ਬਉਰਾਰੇ, ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਆ, ਮਨ ਬਉਰਾਰੇ ਨਾਚਿਓ ਘਰ ਘਰ ਬਾਰ। ਭਗਤ ਜੀ ਪਹਿਲਾਂ ਹਾਥੀ ਦਾ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਨ ਕਿ ਬਚ ਜਾ ਨਹੀਂ, ਜਿਵੇਂ ਹਾਥੀ ਨੂੰ ਬਸ ਕਰਕੇ ਦਰਾਂ ਦਰਾਂ ਤੇ ਫੇਰਦੇ ਹਨ, ਇਸੇ ਤਰ੍ਹਾਂ ਮਰਕਟ ਮੁਸ਼ਟੀ ਨਾਜ ਕੀ ਮਨ ਬਉਰਾਰੇ, ਲੀਨੀ ਹਾਥ ਪਿਸਾਰ ਛੂਟਨ ਕੋ ਸਹਿਸਾ ਪਰਿਆ, ਮਨ ਬਉਰਾਰੇ ਨਾਚਿਓ ਘਰ ਘਰ ਬਾਰ। ਕਹਿਣ ਲੱਗੇ, ਹੇ ਬੌਰਿਆ, ਹੇ ਝੱਲਿਆ ਮਨਾ, ਜਿਸ ਪ੍ਰਕਾਰ ਮਰਕਟ ਬਾਂਦਰ ਕਿ ਅਨਾਜ ਛੋਲਿਆਂ ਦੀ ਮੁਸ਼ਟੀ ਮੁੱਠੀ ਹੱਥ ਖੋਲ ਕੇ ਭਰ ਲੈਣੀ ਕਰਦਾ ਹੈ। ਭਗਤ ਜੀ ਕਹਿਣ ਲੱਗੇ, ਹੇ ਝੱਲਿਆ ਮਨਾ, ਜਿਸ ਪ੍ਰਕਾਰ ਬਾਂਦਰ ਛੋਲਿਆਂ ਦੀ ਮੁੱਠੀ ਭਰ ਕੇ ਭਰ ਲੈਣੀ ਕਰਦਾ ਹੈ, ਛੂਟਨ ਕੋ ਸਹਿਸਾ ਪਰਿਆ ਮਨ ਬਉਰਾਰੇ, ਹੇ ਬੌਰਿਆ ਕਮਲਿਆ ਮਨਾ, ਫਿਰ ਕਲੰਦਰ ਆ ਕੇ ਗਰਦਨ ਤੋਂ ਫੜ ਲੈਂਦਾ ਹੈ, ਰੱਸੀ ਪਾ ਲੈਂਦਾ ਹੈ, ਤਾਂ ਉਸ ਬਾਂਦਰ ਨੂੰ ਆਪਣੇ ਛੁੱਟਣ ਦਾ ਸੰਸਾ ਪੈ ਜਾਂਦਾ ਹੈ। ਫਿਰ ਕਿਵੇਂ ਛੁੱਟਾਂ? ਤਾਂ ਫਿਰ ਉਹ ਘਰਾਂ ਘਰਾਂ ਵਿੱਚ ਦਰਵਾਜ਼ਿਆਂ ਦੇ ਅੱਗੇ ਨੱਚਦਾ ਫਿਰਦਾ ਹੈ, ਇੱਕ ਛੋਲਿਆਂ ਦੀ ਮੁੱਠੀ ਵਾਸਤੇ। ਜੇ ਉਹ ਕੁੱਜੀ ਦੇ ਵਿੱਚੋਂ ਮੁੱਠੀ ਭਰ ਕੇ ਕੱਢਦਾ ਹੈ, ਛੱਡਦਾ ਨਹੀਂ, ਤਾਂ ਫਸਦਾ ਹੈ। ਜੇ ਉਹ ਮੁੱਠੀ ਨਾ ਭਰੇ ਤਾਂ ਉਸ ਦੀ ਮੁੱਠੀ ਬਾਹਰ ਨਿਕਲ ਸਕਦੀ ਹੈ। ਇਸੇ ਤਰ੍ਹਾਂ ਤੂੰ ਵੀ ਫਸਿਆ ਹੋਇਆ ਹੈ। ਇਸੇ ਪ੍ਰਕਾਰ ਜੀਵ ਰੂਪ ਬਾਂਦਰ ਵਿਸੇ ਸੁਖ ਰੂਪੀ ਅਨਾਜ ਨੂੰ ਮਾਨ ਰੂਪੀ ਹੱਥ ਫੈਲਾ ਕੇ ਬੁੱਧੀ ਰੂਪੀ ਮੁੱਠੀ ਭਰ ਲੈਂਦਾ ਹੈ ਤੇ ਪਦਾਰਥਾਂ ਨੂੰ ਛੱਡਦਾ ਨਹੀਂ। ਕਹਿੰਦਾ ਹੈ ਕਿ ਮੇਰੇ ਕਾਮਲਿਆ ਮਨਾ, ਮੈਂ ਫਸ ਗਿਆ ਹਾਂ, ਛੁੱਟਣ ਦਾ ਸੰਸਾ ਪੈ ਗਿਆ। ਜਦੋਂ ਜਮਦੂਤ ਰੂਪੀ ਕਲੰਦਰ ਬਾਂਦਰ ਨੂੰ ਫੜਨ ਵਾਲੇ ਆ ਕੇ ਇਸ ਨੂੰ ਸਿਰੋਂ ਫੜ ਕੇ ਲੈ ਜਾਂਦੇ ਹਨ, ਤਾਂ ਇਹ ਜੀਵ ਰੂਪੀ ਬਾਂਦਰ ਨੂੰ ਛੁੱਟਣ ਦਾ ਸੰਸਾ ਪੈ ਕੇ 84 ਲੱਖ ਜੂਨਾਂ ਰੂਪੀ ਘਰਾਂ ਘਰਾਂ ਦੇ ਦਰਵਾਜ਼ਿਆਂ ਅੱਗੇ ਨੱਚਣਾ ਪੈਂਦਾ ਹੈ।
ਅੱਗੇ ਹੋਰ ਦ੍ਰਿਸ਼ਟਾਂਤ ਦੇ ਕੇ ਭਗਤ ਜੀ ਸਮਝਾਉਂਦੇ ਹਨ ਕਿ ਜਿਉ ਨਰਨੀ ਸੂਅਟਾ ਗਹਿਓ ਮਨ ਬੌਰਾ ਰੇ, ਮਾਇਆ ਇਹੋ ਵਿਹਾਰ। ਭਗਤ ਜੀ ਕਹਿੰਦੇ ਕਿ ਜਿਵੇਂ ਤੋਤਾ ਨਲਕੀ ਨਾਲੀ ਦੁਆਰਾ ਫੜਿਆ ਜਾਂਦਾ ਹੈ, ਇਉਂ ਮਾਇਆ ਨੇ ਇਹੋ ਜਿਹਾ ਵਿਹਾਰ ਤੈਨੂੰ ਵੀ ਪਾ ਛੱਡਿਆ ਹੈ। ਤੋਤੇ ਨੂੰ ਫੜਨ ਦਾ ਵੀ ਇਹ ਤਰੀਕਾ ਹੈ ਕਿ ਇੱਕ ਦੋ ਕਿੱਲੇ ਗੱਡ ਕੇ ਉਹਨਾਂ ਦੇ ਵਿੱਚ ਦੀ ਤਾਰ ਪਾ ਕੇ ਵਿੱਚ ਨਲੀ ਜੋ ਨਲਕੀ ਪਾ ਦਿੰਦੇ ਹਨ, ਉਸ ਦੇ ਮੂਹਰੇ ਨਾਰਾਂ ਦੇ ਦਾਣੇ ਰੱਖ ਦਿੰਦੇ ਹਨ ਅਤੇ ਤੋਤਾ ਨਲਕੀ 'ਤੇ ਬੈਠ ਕੇ ਜਦੋਂ ਨਾਰਾਂ ਦੇ ਦਾਣੇ ਨੂੰ ਖਾਣ ਨੂੰ ਕਰਦਾ ਹੈ, ਨਲਕੀ ਨਾਲ ਹੀ ਫਿਰ ਜਾਂਦੀ ਹੈ, ਪੁੱਠਾ ਹੋ ਜਾਂਦਾ ਹੈ। ਥੱਲੇ ਪਾਣੀ ਦਾ ਬੱਠਲ ਰੱਖਿਆ ਹੁੰਦਾ ਹੈ, ਜਦੋਂ ਸਿਰ ਪਾਣੀ ਦੇ ਬੱਠਲ ਦੇ ਨਾਲ ਲੱਗ ਜਾਂਦਾ ਹੈ, ਤੋਤਾ ਸੋਚਦਾ ਹੈ ਕਿ ਸਮੁੰਦਰ ਹੀ ਹੈ ਥੱਲੇ, ਜੇ ਪੈਰ ਛੱਡਾਂਗੇ ਤਾਂ ਸਮੁੰਦਰ ਦੇ ਵਿੱਚ ਡੁੱਬ ਜਾਵਾਂਗੇ। ਇਤਨੇ ਨੂੰ ਉਸ ਨੂੰ ਫੜ ਲੈਂਦੇ ਹਨ, ਫੜ ਕੇ ਪਿੰਜਰੇ ਦੇ ਵਿੱਚ ਕੈਦ ਕਰ ਲੈਂਦੇ ਹਨ। ਫਿਰ ਕੈਦ ਕਰਕੇ ਉਸ ਤੋਂ ਦਰਾਂ ਦਰਾਂ 'ਤੇ ਮੰਗਾਉਂਦੇ ਹਨ, ਬੁਲਾਉਂਦੇ ਹਨ ਤੋਤੇ ਨੂੰ ਰਾਮ ਰਾਮ ਕਹਿ ਕਿ ਇਹੀ ਹਾਲ ਤੇਰਾ ਹੋ ਰਿਹਾ ਹੈ ਕਿ ਜਿਉ ਨਰਨੀ ਸੂਅਟਾ ਗਹਿਓ ਮਨ ਬੌਰਾ ਰੇ, ਮਾਇਆ ਇਹੋ ਵਿਹਾਰ। ਹੈ ਬੌਰਿਆ ਕਮਲਿਆ ਮਨਾ, ਜਿਵੇਂ ਸੂਅਟਾ ਤੋਤਾ ਨਲਕੀ ਨਾਲੀ ਦੁਆਰਾ ਫੜਿਆ ਜਾਂਦਾ ਹੈ, ਇਉਂ ਮਾਇਆ ਨੇ ਇਹੋ ਜਿਹਾ ਵਿਹਾਰ ਤੇਰਾ ਵੀ ਕਰ ਛੱਡਿਆ ਹੈ ਕਿ ਜੈਸੇ ਤੋਤਾ ਫੜਨ ਦਾ ਇੱਕ ਜੰਤਰ ਜੋ ਬਾਂਸ ਦੀ ਨਾਲੀ ਨਲਕੀ ਤੋਂ ਬਣਦਾ ਹੈ, ਪਾਣੀ ਦਾ ਇੱਕ ਬੱਠਲ ਬਾਲਟਾ ਭਰ ਕੇ ਪਾਸੇ ਦੋ ਕਿੱਲੇ ਗੱਡ ਕੇ ਦਿੱਤੇ ਜਾਂਦੇ ਹਨ, ਇਸ ਨਲਕੀ ਪਾ ਕੇ ਤਾਰ ਵਿੱਚ ਰੱਖ ਦਿੰਦੇ ਹਨ, ਕੁਝ ਅਨਾਰ ਦੇ ਦਾਣੇ ਰੱਖਦੇ ਹਨ। ਜਦੋਂ ਤੋਤਾ ਅਨਾਰ ਦੇ ਦਾਣੇ ਖਾਣ ਲਈ ਨਲਕੀ ਉੱਪਰ ਬੈਠਦਾ ਹੈ ਤਾਂ ਉਹ ਘੁੰਮ ਜਾਂਦੀ ਹੈ ਅਤੇ ਤੋਤਾ ਪੁੱਠਾ ਲਟਕਦਾ ਹੈ। ਉਸ ਦੀਆਂ ਅੱਖਾਂ ਥੱਲੇ ਬੱਠਲ ਪਏ ਪਾਣੀ ਵਿੱਚ ਲੱਗ ਜਾਂਦੀਆਂ ਹਨ, ਨਲੀ ਨੂੰ ਨਹੀਂ ਛੱਡਦਾ, ਨਲਕੀ ਨੂੰ ਨਹੀਂ ਛੱਡਦਾ। ਉਹ ਸਮਝਦਾ ਹੈ ਕਿ ਥੱਲੇ ਬੜੀ ਵੱਡੀ ਨਦੀ ਚੱਲ ਰਹੀ ਹੈ, ਜੇਕਰ ਮੈਂ ਨਲਕੀ ਨਾਲੋਂ ਪਹੁੰਚੇ ਛੱਡ ਦਿੱਤੇ ਤਾਂ ਇਸ ਵਿੱਚ ਡੁੱਬ ਕੇ ਮਰ ਜਾਵਾਂਗਾ। ਇਤਨੇ ਨੂੰ ਸ਼ਿਕਾਰੀ ਆਣ ਕੇ ਫੜ ਲੈਂਦੇ ਹਨ ਅਤੇ ਪਿੰਜਰੇ ਵਿੱਚ ਪਾ ਲੈਂਦੇ ਹਨ। ਇਸੇ ਪ੍ਰਕਾਰ ਗ੍ਰਹਿ ਰੂਪੀ ਬੱਠਲ ਘਰ ਰੂਪੀ ਬੱਠਲ ਹੈ, ਪਦਾਰਥਾਂ ਰੂਪੀ ਪਾਣੀ ਹੈ, ਰਾਗ ਦਵੈਤ ਰੂਪੀ ਦੋ ਕਿੱਲੇ ਗੱਡੇ ਹੋਏ ਹਨ। ਨਲੀ ਦੀ ਨਿਆਈ ਨਲਕੀ ਦੀ ਨਿਆਈ ਇਹਨਾਂ ਦੀ ਵਾਸ਼ਨਾ ਹੈ। ਜਦੋਂ ਜੀਵ ਰੂਪੀ ਤੋਤਾ ਬਿੱਦ ਨਖਿੱਧ ਰੂਪੀ ਖੰਭਾਂ ਨਾਲ ਉਡਾਰੀਆਂ ਮਾਰਦਾ ਹੋਇਆ ਮਨ ਬੁੱਧ ਰੂਪੀ ਪਹੁੰਚਿਆ ਨਾਲ ਵਾਸਨਾ ਰੂਪੀ ਨਲੀ 'ਤੇ ਬੈਠ ਕੇ ਵਿਸ਼ੇ ਸੁੱਖ ਰੂਪੀ ਅਨਾਰ ਦੇ ਦਾਣਿਆਂ ਨੂੰ ਖਾਣ ਲੱਗਦਾ ਹੈ, ਤਾਂ ਵਾਸਨਾ ਰੂਪੀ ਨਲੀ ਨਲਕੀ ਦੇ ਉਲਟਣ ਕਰਕੇ ਇਸ ਦੀਆਂ ਅੱਖਾਂ ਪਦਾਰਥਾਂ ਰੂਪੀ ਪਾਣੀ ਨਾਲ ਲੱਗ ਜਾਂਦੀਆਂ ਹਨ। ਤਾਂ ਇਹ ਜੀਵ ਕਹਿੰਦਾ ਹੈ ਕਿ ਜੇਕਰ ਮੈਂ ਵਾਸਨਾ ਨੂੰ ਛੱਡ ਗਿਆ ਤਾਂ ਮਰ ਜਾਵਾਂਗਾ। ਕਿਉਂ? ਜਮਰਾਜ ਰੂਪ ਸ਼ਿਕਾਰੀ ਇਸ ਨੂੰ ਫੜ ਕੇ ਲੈ ਜਾਂਦਾ ਹੈ। ਇਹ ਸਾਰਾ ਮਾਇਆ ਦਾ ਹੀ ਵਿਵਹਾਰ ਹੈ। ਫਿਰ ਇਸ ਨੂੰ 84 ਲੱਖ ਜੂਨਾਂ ਰੂਪੀ ਪਿੰਜਰੇ ਵਿੱਚ ਪਾ ਦਿੱਤਾ ਜਾਂਦਾ ਹੈ। ਅਗਲੇ ਦ੍ਰਿਸ਼ਟਾਂਤ ਦੇ ਵਿੱਚ ਸਮਝਾ ਰਹੇ ਹਨ, ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ, ਤਿਉਂ ਪਸਰਿਓ ਪਸਾਰ। ਕਹਿਣ ਲੱਗੇ, ਹੇ ਕਮਲਿਆ ਮਨਾ, ਜਿਵੇਂ ਕੁਸੁੰਭੇ ਦਾ ਰੰਗ ਬੜਾ ਗਾੜਾ ਹੁੰਦਾ ਹੈ ਪਰ ਪਾਣੀ ਪਾਏ ਤੋਂ ਝੱਟ ਹੀ ਨਾਸ ਹੋ ਜਾਂਦਾ ਹੈ, ਭਾਵ ਫਿੱਕਾ ਪੈ ਜਾਂਦਾ ਹੈ, ਤਿਵੇਂ ਕੁਸੁੰਭੇ ਰੰਗ ਦੀ ਨਿਆਈ ਇਹ ਸੰਸਾਰ ਦਾ ਝੂਠਾ ਕੱਚਾ ਪਸਾਰਾ ਪਸਰਿਆ ਫੈਲਿਆ ਹੋਇਆ ਹੈ, ਭਾਵ ਮਾਇਆ ਦਾ ਰੰਗ ਝੱਟ ਹੀ ਡੱਬ ਖੜੱਬਾ ਪੈ ਜਾਂਦਾ ਹੈ। ਇਸ ਤਰ੍ਹਾਂ
ਝੂਠੇ ਪਦਾਰਥਾਂ ਵਿੱਚ ਤੂੰ ਆਪਣੇ ਚਿੱਤ ਨੂੰ ਪਸਾਰਿਆ ਹੋਇਆ ਹੈ, ਫੈਲਾਇਆ ਹੋਇਆ ਹੈ। ਭਗਤ ਜੀ ਅੱਗੇ ਸਮਝਾ ਰਹੇ ਹਨ ਬਾਣੀ ਦੁਆਰਾ। ਨਾਵਨ ਕੋ ਤੀਰਥ ਘਣੇ